ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਬੰਦੀ ਛੋੜਦਾਤਾ ਉਹਨਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਸੋ ਸਾਰੀ ਸੰਗਤ ਨੂੰ ਸਾਹਿਬਾਂ ਦੇ ਪ੍ਰਕਾਸ਼ ਉਤਸਵ ਦੀ ਲੱਖ 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 ਵਧਾਈ ਹੋਵੇ ਜੀ। ਸੋ ਬੜੇ ਥੋੜ੍ਹੇ ਜਿਹੇ ਸਮੇਂ ਵਿੱਚ ਉਹਨਾਂ ਦੇ ਜਨਮ ਦੇ ਬਾਰੇ ਥੋੜ੍ਹੀ ਵਿਚਾਰ ਕਰਾਂਗੇ। ਉਹਨਾਂ ਦਾ ਜਨਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ 1595 ਈਸਵੀ ਵਿੱਚ ਹੋਇਆ ਹੈ ਅਤੇ ਉਹਨਾਂ ਦਾ ਜਨਮ ਹੋਇਆ ਸੀ ਪਿੰਡ ਗੁਰੂ ਕੀ ਵਡਾਲੀ, ਜੋ ਕਿ ਅੰਮ੍ਰਿਤਸਰ ਦੇ ਨੇੜੇ ਹੀ ਹੈ। ਉਸ ਜਗ੍ਹਾ 'ਤੇ ਉਹਨਾਂ ਦਾ ਪ੍ਰਕਾਸ਼ ਹੋਇਆ। ਸੋ ਉਹਨਾਂ ਦੇ ਪ੍ਰਕਾਸ਼ ਤੋਂ ਕੁਝ ਚਿਰ ਪਹਿਲੇ, ਤਕਰੀਬਨ 1 ਸਾਲ ਪਹਿਲੇ ਦੀ ਗੱਲ ਮੈਂ ਕਰ ਰਹੀ ਹਾਂ ਕਿ ਉਸ ਵਕਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਨੰਦ ਕਾਰਜ ਨੂੰ 6 ਸਾਲ ਹੋ ਚੁੱਕੇ ਸਨ ਅਤੇ ਮਾਤਾ ਗੰਗਾ ਜੀ ਦੇ ਮਨ ਵਿੱਚ ਬਹੁਤ ਹੀ ਤੀਬਰ ਬਹੁਤ ਇੱਛਾ ਇਹ ਪੈਦਾ ਹੋਈ ਕਿ ਹੁਣ ਬਹੁਤ ਚਿਰ ਹੋ ਗਿਆ, ਹੁਣ ਸਾਡੇ ਘਰ ਜ਼ਰੂਰ ਰੌਣਕ ਹੋਣੀ ਚਾਹੀਦੀ ਹੈ, ਸਾਡੇ ਘਰ ਜ਼ਰੂਰ ਔਲਾਦ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਇੱਕ ਦਿਨ ਕੀ ਕੀਤਾ ਕਿ ਸੰਗਤ ਵਿੱਚ ਚਲੇ ਗਏ। ਸੰਗਤ ਵਿੱਚ ਨੇ ਦੇਖਿਆ ਕਿ ਅੱਜ ਮਾਤਾ ਗੰਗਾ ਜੀ ਵੀ ਆ ਗਏ ਨੇ ਅਤੇ ਮਾਤਾ ਗੰਗਾ ਜੀ ਦੇਖ ਰਹੇ ਸਨ। ਸਾਰੀ ਸੰਗਤ ਮਹਾਰਾਜ ਦੇ ਕੋਲੋਂ ਵਰਦਾਨ ਲੈ ਰਹੀ ਸੀ, ਝੋਲੀਆਂ ਪਾ ਰਹੀ ਸੀ, ਆਪਣੇ ਦੁੱਖ ਸੁੱਖ ਦੱਸ ਰਹੇ ਸਨ, ਆਪਣੀਆਂ ਮੰਗਾਂ ਦੱਸ ਰਹੇ ਸਨ। ਉਹ ਵੀ ਖੜ੍ਹੇ ਹੋ ਗਏ, ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਬੇਨਤੀ ਕੀਤੀ ਕਿ ਅੱਜ ਮੈਂ ਪਤੀ ਰੂਪ ਵਿੱਚ ਨਹੀਂ, ਗੁਰੂ ਰੂਪ ਵਿੱਚ ਤੁਹਾਡੇ ਸਾਹਮਣੇ ਮੈਂ ਇਹ ਹੱਥ ਜੋੜ ਬੇਨਤੀ ਕਰ ਰਹੀ ਹਾਂ। ਤੁਸੀਂ ਸਮਰੱਥ ਹੋ, ਸਾਰੀ ਸੰਗਤ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਹੋ ਅਤੇ ਕਿਰਪਾ ਕਰੋ, ਮੇਰੇ 'ਤੇ ਵੀ ਕਿਰਪਾ ਕਰੋ, ਮੇਰੀ ਝੋਲੀ ਵੀ ਖੁਸ਼ੀਆਂ ਨਾਲ ਭਰੋ। ਮਹਾਰਾਜ 1 ਮਿੰਟ ਵਾਸਤੇ ਚੁੱਪ ਹੋ ਗਏ ਅਤੇ ਉਹਨਾਂ ਨੇ ਉੱਤਰ ਦਿੱਤਾ ਕਿ ਇਹ ਦਾਤ ਜੰਮਣ ਮਰਨਾ ਇਹ ਅਕਾਲ ਪੁਰਖ ਦੇ ਹੱਥ ਵਿੱਚ ਹੈ, ਇਸ ਦੇ ਵਿੱਚ ਦਖਲ ਦੇਣਾ ਸਾਡਾ ਕੰਮ ਨਹੀਂ। ਪਰ ਹਾਂ, ਜੇ ਕੋਈ ਗੁਰਸਿੱਖ ਤੁਹਾਡੇ ਵਾਸਤੇ ਅਰਦਾਸ ਕਰੇ ਤੇ ਉਹ ਜ਼ਰੂਰ ਪੂਰੀ ਹੋ ਸਕਦੀ ਹੈ ਅਤੇ ਤੁਹਾਡੀ ਇੱਛਾ ਵੀ ਪੂਰੀ ਹੋ ਸਕਦੀ ਹੈ। ਹੁਣ ਜ਼ਰੂਰੀ ਗੱਲ ਹੈ ਕਿ ਅਗਲਾ ਸਵਾਲ ਇਹੀ ਸੀ ਕਿ ਉਹ ਕਿਹੜਾ ਗੁਰਸਿੱਖ ਹੋਏ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਵਕਤ ਹੁਕਮ ਕੀਤਾ ਕਿ ਇਸ ਟਾਈਮ ਸਭ ਤੋਂ ਬਜ਼ੁਰਗ ਅਤੇ ਗੁਰੂ ਨਾਨਕ ਦੇ ਸਮੇਂ ਤੋਂ ਚੱਲੇ ਆ ਰਹੇ ਗੁਰਸਿੱਖ ਪਰਮ ਸਤਿਕਾਰਯੋਗ ਬਾਬਾ ਬੁੱਢਾ ਜੀ ਹਨ। ਜੇ ਉਹ ਅਰਦਾਸ ਕਰਨ ਤਾਂ ਤੁਹਾਡੀ ਇੱਛਾ ਜਿਹੜੀ ਹੈ ਉਹ ਪੂਰੀ ਹੋ ਸਕਦੀ ਹੈ। ਸੋ ਮਾਤਾ ਗੰਗਾ ਜੀ ਖੁਸ਼ੀ ਖੁਸ਼ੀ ਘਰ ਆ ਗਏ ਅਤੇ ਉਹਨਾਂ ਨੇ ਸੋਚਿਆ ਕਿ ਮੈਂ ਜ਼ਰੂਰ ਜਾਵਾਂਗੀ ਬਾਬਾ ਬੁੱਢਾ ਜੀ ਦੇ ਕੋਲ। ਸੋ ਅਗਲੇ ਦਿਨ ਉਹ ਕੁਝ ਸੇਵਕਾਂ ਨੂੰ, ਦਾਸੀਆਂ ਨੂੰ ਨਾਲ ਲੈ ਕੇ, ਕੁਝ ਸਮਾਨ, ਬਹੁਤ ਸਾਰਾ ਸਮਾਨ ਲੈ ਕੇ ਉਹ ਰੱਥ ਉੱਤੇ ਬੈਠ ਕੇ ਅਤੇ ਅੰਮ੍ਰਿਤਸਰ ਤੋਂ ਚੱਲੇ ਬਾਬਾ ਬੁੱਢਾ ਜੀ ਕੋਲ। ਬਾਬਾ ਬੁੱਢਾ ਜੀ ਉਸ ਵਕਤ ਸਨ ਬਾਬਾ ਬੁੱਢਾ ਜੀ ਕੀ ਬੀੜ, ਉੱਥੇ ਉਹ ਕਿਰਸਾਨੀ ਕਰ ਰਹੇ ਸਨ। ਕਿਤਨੀ ਕਮਾਲ ਦੀ ਗੱਲ ਹੈ, ਉਮਰ ਤਕਰੀਬਨ 100 ਸਾਲ। ਔਰ ਉਸ ਵਕਤ ਉਹ ਗੁਰੂ ਨਾਨਕ ਦੇਵ ਜੀ ਦਾ ਹੁਕਮ ਜਿਹੜਾ ਹੈ ਉਹ ਜੀਵਨ ਵਿੱਚ ਅਜੇ ਵੀ ਉਹ ਟਾਲ ਰਹੇ ਸਨ। ਮਹਾਰਾਜ ਨੇ ਕਿਹਾ ਸੀ ਕਿਰਤ ਕਰੋ, ਔਰ 100 ਸਾਲ ਦੀ ਉਮਰ ਵਿੱਚ ਵੀ ਉਹ ਖੇਤੀਬਾੜੀ ਕਰ ਰਹੇ ਸਨ। ਉੱਥੇ ਗਊਆਂ ਮੱਝਾਂ ਪਾਲ ਰਹੇ ਸਨ, ਉੱਥੋਂ ਦੇ ਅਨਾਜ, ਉੱਥੋਂ ਦਾ ਦੁੱਧ ਲੰਗਰਾਂ ਵਾਸਤੇ ਭੇਜ ਰਹੇ ਸਨ। ਸੋ ਉਹ ਅਸਲ ਵਿੱਚ ਉਹ ਗੁਰੂ ਨਾਨਕ ਦੇ ਸਿੱਖ ਸਨ। ਉਹਨਾਂ ਨੇ ਗੁਰੂ ਨਾਨਕ ਦੇ ਉਪਦੇਸ਼ਾਂ ਦਾ ਪਾਲਨ ਇਤਨੀ ਬਜ਼ੁਰਗੀ ਵਿੱਚ ਵੀ ਉਹਨਾਂ ਨੇ ਕੀਤਾ, ਇਸ ਕਰਕੇ ਉਹਨਾਂ ਨੂੰ ਬਹੁਤ ਮਹਾਨ ਕਿਹਾ ਜਾਂਦਾ ਹੈ। ਸੋ ਮਾਤਾ ਗੰਗਾ ਜੀ ਜਦੋਂ ਪਹੁੰਚੇ ਅਤੇ ਜ਼ਰੂਰੀ ਗੱਲ ਹੈ, ਖੇਤਾਂ ਦੇ ਵਿੱਚ ਮਿੱਟੀ ਉੱਡੀ, ਰੱਥ ਦੀ ਆਵਾਜ਼ ਆਈ, ਘੋੜਿਆਂ ਦੀ ਆਵਾਜ਼ ਆਈ ਅਤੇ ਬਾਬਾ ਬੁੱਢਾ ਜੀ ਨੇ ਨਾਲ ਕੰਮ ਕਰਨ ਵਾਲੇ ਕਾਮਿਆਂ ਨੂੰ ਪੁੱਛਿਆ ਇਹ ਆਵਾਜ਼ ਕਾਹਦੀ ਹੈ, ਕੌਣ ਆਇਆ? ਉਹਨਾਂ ਨੇ ਦੱਸਿਆ ਕਿ ਅੱਜ ਗੁਰੂ ਕੇ ਮਹਿਲ ਆਇਆ। ਮਹਿਲ ਦਾ ਮਤਲਬ ਗੁਰੂ ਸਾਹਿਬ ਦੀ ਪਤਨੀ। ਅਤੇ ਬਾਬਾ ਬੁੱਢਾ ਜੀ ਦੇ ਮੂੰਹ ਅਚਾਨਕ ਕੀ ਨਿਕਲਿਆ ਕਿ ਗੁਰੂ ਕਿਆਂ ਨੂੰ ਕਾਹਦੀ ਭਾਜੜ ਪੈ ਗਈ। ਮਾਤਾ ਗੰਗਾ ਜੀ ਅਜੇ ਦੂਰ ਹੀ ਸਨ। ਉਹਨਾਂ ਦੇ ਕੰਨਾਂ ਵਿੱਚ ਜਦੋਂ ਇਹ ਆਵਾਜ਼ ਪਈ, ਬਹੁਤ ਨਿਰਾਸ਼ ਹੋ ਗਏ ਕਿ ਇਹ ਮੈਂ ਕੀ ਕੀਤਾ। ਮੈਂ ਤਾਂ ਵਰ ਲੈਣ ਆਈ ਸੀ ਅਤੇ ਮੈਂ ਤਾਂ ਉਲਟਾ ਨਾਰਾਜ਼ਗੀ ਲੈ ਕੇ ਜਾ ਰਹੀ ਹਾਂ, ਅਤੇ ਵਾਪਸ ਚਲੇ ਗਏ। ਘਰ ਜਾ ਕੇ ਜਦੋਂ ਗੁਰੂ ਸਾਹਿਬ ਨਾਲ ਗੱਲ ਕੀਤੀ ਅਤੇ ਮਹਾਰਾਜ ਨੇ ਸਮਝਾਇਆ ਕਿ ਜਦੋਂ ਕਿਸੇ ਕੋਲੋਂ ਕੁਝ ਮੰਗਣ ਜਾਈਏ, ਕੁਝ ਲੈਣ ਜਾਈਏ ਤਾਂ ਨਿਮਰਤਾ ਨਾਲ ਜਾਈਏ, ਨੀਵੇਂ ਹੋ ਕੇ ਜਾਈਏ। ਸੋ ਮਾਤਾ ਗੰਗਾ ਜੀ ਨੂੰ ਗੱਲ ਸਮਝ ਆ ਗਈ। ਅਗਲੇ ਦਿਨ ਉਹਨਾਂ ਨੇ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਤਿਆਰ ਕੀਤਾ। ਮਿੱਸੇ ਪ੍ਰਸ਼ਾਦੇ, ਦਹੀਂ, ਲੱਸੀ, ਮੱਖਣ, ਅਚਾਰ, ਪਿਆਜ਼, ਇਹ ਸਾਰਾ ਕੁਝ ਲੈ ਕੇ ਅਤੇ ਪੈਦਲ ਚੱਲ ਕੇ ਉਹ ਪਹੁੰਚੇ ਬਾਬਾ ਬੁੱਢਾ ਜੀ ਦੀ ਬੀੜ। ਬਾਬਾ ਬੁੱਢਾ ਜੀ ਦੀ ਉਸ ਵਕਤ ਤਕਰੀਬਨ ਦੁਪਹਿਰ ਦਾ ਸਮਾਂ ਹੋ ਚੁੱਕਾ ਸੀ। ਬਾਬਾ ਜੀ ਨੇ ਦੂਰੋਂ ਦੇਖਿਆ ਮਾਤਾ ਜੀ ਪੈਦਲ ਆ ਰਹੇ ਸਨ। ਸਿਰ ਦੇ ਉੱਤੇ ਪੱਤਾ, ਜਿਸ ਤਰ੍ਹਾਂ ਅੱਗੇ ਬੀਬੀਆਂ ਪੱਤਾ ਲੈ ਕੇ ਜਾਂਦੀਆਂ ਸਨ ਪਿੰਡਾਂ ਵਿੱਚ, ਸਿਰ ਦੇ ਉੱਪਰ ਟੋਕਰੀ ਰੱਖੀ ਹੋਈ ਅਤੇ ਮਾਤਾ ਜੀ ਚਲੇ ਆ ਰਹੇ ਨੇ ਧੁੱਪ ਵਿੱਚ। ਬਾਬਾ ਜੀ ਅੱਗੋਂ ਹੋ ਕੇ ਮਿਲੇ ਅਤੇ ਕਹਿਣ ਲੱਗੇ ਮਾਤਾ ਜੀ ਕੀ ਲਿਆਇਓ, ਬੜੀ ਭੁੱਖ ਲੱਗੀ ਹੈ। ਸੋ ਮਾਤਾ ਜੀ ਉੱਥੇ ਬੈਠ ਕੇ ਉਹਨਾਂ ਨੇ ਪੇੜ ਦੀ ਛਾਂ 'ਤੇ ਬੈਠ ਕੇ ਆਪਣੇ ਹੱਥਾਂ ਨਾਲ ਪ੍ਰਸ਼ਾਦੇ ਕੱਢੇ, ਮੱਖਣ ਦਿੱਤਾ, ਲੱਸੀ ਦਿੱਤੀ ਅਤੇ ਅਚਾਰ ਦਿੱਤਾ। ਅਤੇ ਬਾਬਾ ਬੁੱਢਾ ਜੀ ਨੇ ਪਿਆਜ਼ ਮੰਗਿਆ, ਪਿਆਜ਼ ਵੀ ਦਿੱਤਾ। ਅਤੇ ਬਾਬਾ ਬੁੱਢਾ ਜੀ ਨੇ ਜਦੋਂ ਪਿਆਜ਼ ਨੂੰ ਮੁੱਕੇ ਨਾਲ ਤੋੜਿਆ
ਤੇ ਉਹ ਜਾਣੀ ਜਾਣ ਸਨ। ਮਾਤਾ ਜੀ ਦੇ ਆਪਣੇ ਮੂੰਹ ਤੋਂ ਕੁਝ ਮੰਗਣ ਦੀ ਅਜੇ ਨੌਬਤ ਹੀ ਨਹੀਂ ਆਈ ਸੀ। ਉਹਨਾਂ ਨੇ ਆਪੇ ਹੀ ਕਹਿ ਦਿੱਤਾ ਕਿ ਤੁਹਾਡੇ ਘਰ ਐਸਾ ਬਲਵਾਨ ਪੁੱਤਰ ਹੋਏਗਾ ਜੋ ਦੁਸ਼ਮਣਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ ਜਿਸ ਤਰ੍ਹਾਂ ਮੈਂ ਪਿਆਜ਼ ਨੂੰ ਭੰਨਿਆ। ਸੋ ਹੁਣ ਮਾਤਾ ਜੀ ਦਾ ਰੋਮ ਰੋਮ ਪ੍ਰਸੰਨ ਹੋ ਗਿਆ। ਖੁਸ਼ੀ ਖੁਸ਼ੀ ਉਹ ਬਾਬਾ ਬੁੱਢਾ ਜੀ ਦਾ ਵਰ ਲੈ ਕੇ ਘਰ ਵਾਪਸ ਆ ਗਏ। ਸੋ ਗੁਰਸਿੱਖ ਦਾ ਕਿਹਾ ਕਦੀ ਵਿਰਥਾ ਨਹੀਂ ਜਾ ਸਕਦਾ। ਸੋ ਸਮਾਂ ਪਾ ਕੇ ਜਨਮ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਖਬਰ ਮਿਲੀ, ਸਾਹਿਬਜ਼ਾਦੇ ਦੇ ਜਨਮ ਦੀ ਖਬਰ ਮਿਲੀ, ਤੇ ਗੁਰੂ ਮਹਾਰਾਜ ਨੇ ਹੱਥ ਜੋੜ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਤੇ ਉਸ ਸ਼ੁਕਰਾਨੇ ਵਜੋਂ ਉਹਨਾਂ ਨੇ ਆਸਾ ਰਾਗ ਵਿੱਚ ਇਹ ਸ਼ਬਦ ਜਿਹੜਾ ਹੈ ਉਹ ਉਚਾਰਿਆ। ਆਓ ਇਸ ਸ਼ਬਦ ਦੀਆਂ ਇੱਕ ਦੋ ਤੁਕਾਂ ਅਸੀਂ ਵੀ ਰਲ ਕੇ ਪੜ੍ਹੀਏ। ਛਾਨੀ ਨਾਹੀ ਬਾਤ ਗੁੱਝ ਛਾਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਗੁੱਝ ਛਾਨੀ ਨਾਹੀ ਬਾਤ ਗੁੱਝ ਛਾਨੀ ਨਾਹੀ ਬਾਤ ਜਮਿਆ ਪੂਤ ਭਗਤ ਗੋਬਿੰਦ ਕਾ ਜਮੇ पूत भगत गोबिंद का प्रगट्य सब में लिखिया तुर का प्रगट्य सब में लिखिया तुर का प्रगट्य सब में लिखिया तुर का प्रगट सब में लिखिया तुर का गुझ छानी नाही बात गुझ छानी नाही बात गुरु नानक तुठा कीनी दात गुरु नानक तुठा कीनी दात गुरु नानक तुठा कीनी दात गुरु नानक तुठा कीनी दात। गुरु महाराज अकाल पुरख का शुकराना कर रहे सन, गुरु नानक देव जी का धन्यवाद कर रहे सन। संगत खुशियां मना रही सी, लेकिन ਪ੍ਰਿਥੀ ਚੰਦ ਤੇ ਉਹਨਾਂ ਦੀ ਪਤਨੀ ਕਰਮੋ ਈਰਖਾ ਦੀ ਅੱਗ ਵਿੱਚ ਸੜ ਲਏ ਸਨ, ਕਿਉਂਕਿ ਉਹ ਪਹਿਲੇ ਗੁਰੂ ਮਹਾਰਾਜ ਦੇ ਘਰ ਆਈਆਂ ਬੜੀਆਂ ਕੀਮਤੀ ਭੇਟਾਵਾਂ ਕਾਲੀਨ ਸੋਨੇ ਚਾਂਦੀ ਦੀਆਂ ਚੀਜ਼ਾਂ ਦੇਖ ਦੇਖ ਕੇ ਸੜਦੇ ਸਨ ਔਰ ਆਪਣੇ ਮਨ ਨੂੰ ਤਸੱਲੀ ਦਿੰਦੇ ਸਨ ਕਿ ਇਹਨਾਂ ਦੇ ਘਰ ਕਿਹੜਾ ਕੋਈ ਬੱਚਾ ਹੈ, ਇਹ ਆਖਿਰ ਸਮਾਨ ਸਾਡੇ ਘਰ ਹੀ ਆਏਗਾ। ਸੋ ਇਹ ਖਬਰ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖਬਰ ਸੁਣ ਕੇ ਉਹ ਬਹੁਤ ਹੀ ਨਿਰਾਸ਼ ਸਨ, ਬਹੁਤ ਜ਼ਿਆਦਾ ਪਰੇਸ਼ਾਨ ਸਨ ਔਰ ਈਰਖਾ ਦੀ ਅੱਗ ਵਿੱਚ ਸੜ ਰਹੇ ਸਨ। ਉਹਨਾਂ ਨੇ ਪ੍ਰਿਥੀ ਚੰਦ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਇਸ ਬੱਚੇ ਨੂੰ ਖਤਮ ਕਰ ਦਿੱਤਾ ਜਾਏ। ਸੋ ਉਹਨਾਂ ਨੇ 3-4 ਵਾਰੀ ਜਾਨਲੇਵਾ ਹਮਲੇ ਕੀਤੇ, ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸਾਰੇ ਉਹਨਾਂ ਦੇ ਜਿਹੜੇ ਸਨ ਜੋ ਵੀ ਉਹਨਾਂ ਨੇ ਸੋਚਿਆ ਸੀ ਉਹ ਸਫਲ ਨਹੀਂ ਹੋ ਸਕਿਆ, ਕਿਉਂਕਿ ਰੱਖੇ ਰੱਬ ਤੇ ਮਾਰੇ ਕੌਣ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਚਪਨ ਤਾਂ ਮੌਤ ਦੇ ਸਾਏ ਵਿੱਚ ਬੀਤਿਆ, ਪਰ ਅਕਾਲ ਪੁਰਖ ਦੀ ਕਿਰਪਾ ਨਾਲ ਤੇ ਬਾਬਾ ਬੁੱਢਾ ਜੀ ਦੇ ਕੋਲੋਂ ਗੁਰਮਤਿ ਸਿੱਖਿਆ ਲੈ ਕੇ, ਭਾਈ ਗੁਰਦਾਸ ਜੀ ਕੋਲੋਂ ਸ਼ਸਤਰ ਵਿਦਿਆ ਦੀ ਸਿੱਖਿਆ ਲੈ ਕੇ ਉਹ ਬੜੀ ਹੀ ਥੋੜ੍ਹੀ ਉਮਰ ਵਿੱਚ ਸਰਵਗੁਣ ਸੰਪੰਨ ਹੁੰਦੇ ਗਏ। ਔਰ ਸਮਾਂ ਆਇਆ ਕਿ ਗੁਰੂ ਮਹਾਰਾਜ ਨੇ ਗੁਰਗੱਦੀ ਦਾ ਤਿਲਕ ਲਗਾ ਕੇ ਉਹਨਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰ ਦਿੱਤੀ ਅਤੇ ਉਹ 6ਵੇਂ ਪਾਤਸ਼ਾਹ ਦੇ ਰੂਪ ਵਿੱਚ ਉਹਨਾਂ ਨੂੰ ਥਾਪ ਦਿੱਤਾ। ਹੁਣ ਗੁਰਗੱਦੀ 'ਤੇ ਬੈਠ ਕੇ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਤਨੇ ਅੱਛੇ ਤਰੀਕੇ ਨਾਲ ਸੰਭਾਲਿਆ ਅਤੇ ਗੁਰਸਿੱਖੀ ਨੂੰ ਇੱਕ ਨਵਾਂ ਮੋੜ ਦਿੱਤਾ। ਭਗਤੀ ਅਤੇ ਸ਼ਕਤੀ ਦਾ ਸਿਧਾਂਤ ਉਹ ਦਿੱਤਾ। ਹੌਲੀ ਹੌਲੀ ਉਹਨਾਂ ਦੀ ਬਹੁਤ ਹੀ ਜ਼ਿਆਦਾ ਚੜ੍ਹਦੀ ਕਲਾ ਹੋ ਗਈ। ਸਿੱਖੀ ਦੀ ਵੀ ਬੜੀ ਉਸ ਵਕਤ ਚੜ੍ਹਦੀ ਕਲਾ ਸੀ। ਸੋ ਉਸ ਵਕਤ ਅਜੇ ਵੀ ਕਈ ਜਗ੍ਹਾ 'ਤੇ ਸਾਜ਼ਿਸ਼ਾਂ ਚੱਲ ਰਹੀਆਂ ਸਨ ਉਹਨਾਂ ਨੂੰ ਖਤਮ ਕਰਨ ਦੀਆਂ। ਉੱਧਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਜਹਾਂਗੀਰ ਦੇ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਸਰੀਰਕ ਰੂਪ 'ਚ ਉਹ ਬਹੁਤ ਬਿਮਾਰ ਹੋ ਗਿਆ। ਅੰਦਰੋਂ ਰਾਜ ਦੇ ਵਿੱਚ ਅੰਦਰੋਂ ਬਗਾਵਤ ਹੋਣੀ ਸ਼ੁਰੂ ਹੋ ਗਈ, ਘਰ ਵਿੱਚ ਝਗੜੇ ਹੋਣੇ ਸ਼ੁਰੂ ਹੋ ਗਏ। ਬਹੁਤ ਜ਼ਿਆਦਾ ਬਹੁਤ ਪਰੇਸ਼ਾਨ ਸੀ। ਇੱਕ ਦਿਨ ਇੱਕ ਜੋਤਸ਼ੀ ਆਇਆ
ਤੇ ਉਸਨੇ ਕਿਹਾ ਕਿ ਹੁਣ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਤਾਂ ਹੀ ਹੋ ਸਕਦਾ ਹੈ ਕਿ ਕੋਈ ਜਪ ਤਪ ਕੀਤਾ ਜਾਏ। ਕੋਈ ਦਵਾਈਆਂ ਕੰਮ ਨਹੀਂ ਸੀ ਕਰ ਰਹੀਆਂ। ਸੋ ਉਸਨੇ ਕਿਹਾ ਕਿ ਹੁਣ ਸਾਰੀਆਂ ਮੁਸੀਬਤਾਂ ਦਾ ਹੱਲ ਕਿਸੇ ਜਪ ਤਪ ਨਾਲ ਹੀ ਕੀਤਾ ਜਾ ਸਕਦਾ ਹੈ। ਸੋ ਬਾਦਸ਼ਾਹ ਨੇ ਪੁੱਛਿਆ ਕਿ ਉਹ ਕੌਣ ਕਰੇਗਾ, ਤੇ ਉਸਨੇ ਕੁਛ ਇੱਕ ਦੋ ਸ਼ਰਤਾਂ ਦਸੀਆਂ ਕਿ ਐਸਾ ਬੰਦਾ ਹੋਏ ਜੋ ਆਪਣੇ ਮਾਂ ਬਾਪ ਦੀ ਇਕਲੌਤੀ ਸੰਤਾਨ ਹੋਵੇ, ਪਰ ਧਾਰਮਿਕ ਬੰਦਾ ਹੋਵੇ। ਉਹ ਆ ਕੇ ਜਪ ਤਪ ਅਗਰ ਕਰੇ ਤਾਂ ਸ਼ਾਇਦ ਉਸਦੇ ਤਪ ਕਰਨ ਦੇ ਨਾਲ ਤੁਹਾਡੀ ਮੁਸੀਬਤਾਂ ਜਿਹੜੀਆਂ ਉਹ ਹੱਲ ਹੋ ਸਕਦੀਆਂ ਨੇ। ਹੁਣ ਉੱਥੇ ਚੰਦੂ ਕੋਲ ਬੈਠਾ ਸੀ। ਚੰਦੂ ਦੇ ਅੰਦਰ ਅਜੇ ਵੀ ਵੱਟ ਸੀ ਤੇ ਉਸਨੇ ਫੌਰਨ 1 ਮਿੰਟ ਨਹੀਂ ਲਗਾਇਆ, ਉਸਨੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਸੁਝਾ ਦਿੱਤਾ ਬਾਦਸ਼ਾਹ ਨੂੰ। ਤੇ ਬਾਦਸ਼ਾਹ ਨੂੰ ਵੀ ਉਹ ਗੱਲ ਪਸੰਦ ਆ ਗਈ ਕਿਉਂਕਿ ਪਹਿਲੇ ਹੀ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਚੜ੍ਹਦੀ ਕਲਾ ਤੋਂ ਪਰੇਸ਼ਾਨ ਸੀ। ਸੋ ਉਸਨੇ ਕਿਹਾ ਬੰਦੇ ਭੇਜ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਬੁਲਾਇਆ ਗਿਆ। ਦਿੱਲੀ ਬੁਲਾਇਆ, ਸੰਗਤ ਬੜੀ ਪਰੇਸ਼ਾਨ ਸੀ ਕਿ ਅੱਗੇ 5 ਸਾਲ ਪਹਿਲੇ 5ਵੇਂ ਗੁਰੂ ਨੂੰ ਲਾਹੌਰ ਬੁਲਾਇਆ ਗਿਆ ਸੀ ਤੇ ਉਹ ਵਾਪਸ ਨਹੀਂ ਆਏ ਸਨ, ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਿੱਲੀ ਬੁਲਾਇਆ ਗਿਆ। ਦੇਖੋ ਅੱਗੋਂ ਹੁਣ ਕੀ ਹੋਏਗਾ। ਸੋ ਮਹਾਰਾਜ ਮਜਨੂ ਦੇ ਟਿੱਲੇ ਆ ਕੇ ਜਦੋਂ ਰੁਕੇ ਤੇ ਬਾਦਸ਼ਾਹ ਨੇ ਸੁਨੇਹੇ ਭੇਜੇ ਕਿ ਆ ਕੇ ਰਾਜ ਦਰਬਾਰ ਵਿੱਚ ਬੈਠੋ ਤੇ ਆ ਕੇ ਮੇਰੇ ਵਾਸਤੇ ਪੂਜਾ ਪਾਠ ਕਰੋ। ਪਰ ਗੁਰੂ ਮਹਾਰਾਜ ਨੇ ਸਾਫ਼ ਮਨਾ ਕਰ ਦਿੱਤਾ। ਇਹ ਕਿਹਾ ਕਿ ਪਾਠ ਕਰਨਾ, ਪੂਜਾ ਕਰਨਾ ਇਹ ਕੋਈ ਜ਼ਬਰਦਸਤੀ ਦਾ ਸੌਦਾ ਨਹੀਂ ਹੈ ਔਰ ਮੈਨੂੰ ਕੋਈ ਲਾਲਚ ਨਹੀਂ। ਬਾਦਸ਼ਾਹ ਨੇ ਬਹੁਤ ਲਾਲਚ ਦਿੱਤੇ ਕਿ ਤੁਹਾਨੂੰ ਬੜੇ ਇਨਾਮ ਦਿੱਤੇ ਜਾਣਗੇ, ਬੜਾ ਸਤਿਕਾਰ ਕੀਤਾ ਜਾਏਗਾ। ਮੇਰੀਆਂ ਮੁਸੀਬਤਾਂ ਦੇ ਵਾਸਤੇ ਤੁਸੀਂ ਅਰਦਾਸ ਕਰੋ, ਤੁਸੀਂ ਜਪ ਤਪ ਕਰੋ ਤਾਂ ਕਿ ਮੇਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਹੋ ਜਾਣ। ਪਰ ਗੁਰੂ ਮਹਾਰਾਜ ਕਿਸੇ ਤਰੀਕੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਸਨ। ਤੇ ਹੁਣ ਜਹਾਂਗੀਰ ਨੇ ਕੀ ਕੀਤਾ ਕਿ ਅਗਰ ਬਿਲਕੁਲ ਨਹੀਂ ਮੰਨਦੇ ਤਾਂ ਫਿਰ ਇਹਨਾਂ ਨੂੰ ਸਜ਼ਾ ਦਿੱਤੀ ਜਾਏ। ਸਜ਼ਾ ਕੀ ਦੇਣੀ ਸੀ ਕਿ ਇਹਨਾਂ ਨੂੰ ਗਵਾਲੀਅਰ ਦੇ ਜੇਲ੍ਹ ਵਿੱਚ ਗਵਾਲੀਅਰ ਦੇ ਕਿਲੇ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਜਾਏ। ਗਵਾਲੀਅਰ ਦੀ ਜੇਲ੍ਹ ਉਸ ਵਕਤ ਐਸੀ ਜੇਲ੍ਹ ਸੀ ਕਿ ਜਿਹੜਾ ਬੰਦਾ ਇੱਕ ਵਾਰੀ ਉੱਥੇ ਗਿਆ ਉਹ ਕਦੀ ਜ਼ਿੰਦਾ ਵਾਪਸ ਨਹੀਂ ਆਇਆ। ਉੱਥੇ ਲੋਕਲ ਜਿਹੜੇ ਛੋਟੀ ਰਿਆਸਤਾਂ ਦੇ ਰਾਜੇ ਸਨ ਜਿਨ੍ਹਾਂ ਨੇ ਬਗਾਵਤ ਕੀਤੀ ਸੀ, ਉਹਨਾਂ ਰਾਜਿਆਂ ਨੂੰ ਵੀ ਉਹ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ ਔਰ ਉਹ ਗਵਾਲੀਅਰ ਦੀ ਜੇਲ੍ਹ ਵਿੱਚ ਕੈਦ ਸਨ। ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਜਾ ਰਹੇ ਸਨ। ਜਦੋਂ ਗੁਰੂ ਮਹਾਰਾਜ ਉੱਥੇ ਪਹੁੰਚੇ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੀ ਜੇਲ੍ਹ ਵਿੱਚ ਪਹੁੰਚੇ ਤਾਂ ਉਹਨਾਂ ਦੀ ਹਾਲਤ ਨੂੰ ਦੇਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਇਹਨਾਂ ਨੂੰ ਰਾਜੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਕਿੰਨਾ ਤੰਗ ਕੀਤਾ ਜਾ ਰਿਹਾ। ਸਾਰੇ ਦਿਨ ਵਿੱਚ 1 ਬਾਲਟੀ ਪਾਣੀ ਦੀ ਦਿੱਤੀ ਜਾਂਦੀ ਸੀ, ਚਾਹੇ ਨਹਾਓ ਚਾਹੇ ਪੀਓ। ਥੰਮਾਂ ਦੇ ਨਾਲ, ਜੰਜੀਰਾਂ ਦੇ ਨਾਲ ਬੰਨ੍ਹ ਕੇ ਉਹਨਾਂ ਨੂੰ ਰੱਖਿਆ ਜਾਂਦਾ ਸੀ। ਥੋੜ੍ਹੇ ਟਾਈਮ ਵਾਸਤੇ ਖੋਲ੍ਹਿਆ ਜਾਂਦਾ ਸੀ, ਬਾਕੀ ਟਾਈਮ ਉਹ ਖੜ੍ਹੇ ਰਹਿੰਦੇ ਸਨ। ਔਰ ਪੱਥਰ ਦੇ ਥੰਮ ਅੱਜ ਵੀ ਜਿਹੜੇ ਉੱਥੇ ਨੇ, ਅੱਜ ਵੀ ਮੌਜੂਦ ਨੇ। ਅਸੀਂ ਅੱਜ ਹੁਣ ਵੀ ਜਾਂਦੇ ਹਾਂ ਅਤੇ ਉਹ 52 ਪੱਥਰ ਦੇ ਥੰਮ ਅੱਜ ਵੀ ਮੌਜੂਦ ਨੇ ਜਿਨ੍ਹਾਂ ਦੇ ਨਾਲ, ਜੰਜੀਰਾਂ ਨਾਲ ਉਹਨਾਂ ਰਾਜਿਆਂ ਨੂੰ ਬੰਨ੍ਹਿਆ ਗਿਆ ਸੀ। ਸੋ ਉਹ ਉਹਨਾਂ ਦੀ ਹਾਲਤ ਦੇਖ ਕੇ ਤੇ ਮਹਾਰਾਜ ਦਾ ਮਨ ਜਿਹੜਾ ਸੀ ਉਹ ਬਹੁਤ ਪਰੇਸ਼ਾਨ ਹੋਇਆ। ਸੋ ਗੁਰੂ ਮਹਾਰਾਜ ਨੂੰ ਇੱਕ ਜੋ ਆਪਣੇ ਵਾਸਤੇ ਉਹਨਾਂ ਨੇ, ਬਾਦਸ਼ਾਹ ਨੇ ਕੁਛ ਇੰਤਜ਼ਾਮ ਦਿੱਤਾ ਸੀ ਕਿ 500 ਰੁਪਏ ਇਹਨਾਂ ਦੇ ਵਾਸਤੇ ਰਹਿਣ ਵਾਸਤੇ ਜਾਂ ਲੰਗਰ ਵਾਸਤੇ ਇਹ ਦਿੱਤਾ ਜਾਏ। ਉਹ ਵੀ ਆਪਣੀ ਬੇਗਮ ਦੇ ਕਹਿਣ 'ਤੇ ਕਿ ਇੱਕ ਧਾਰਮਿਕ ਪੁਰਖ ਨੂੰ ਭੇਜ ਰਹੇ ਹੋ, ਉਹਨਾਂ ਨੂੰ ਤਸੀਹੇ ਨਾ ਦਿੱਤੇ ਜਾਣ, ਲੇਕਿਨ ਉਹਨਾਂ ਨੂੰ ਕੁਛ ਉਹਨਾਂ ਦੇ ਵਾਸਤੇ ਕੁਛ ਪੱਤਾ, ਕੁਛ ਅਲਾਊਂਸ ਵੀ ਦਿੱਤਾ ਜਾਏ। ਸੋ ਗੁਰੂ ਮਹਾਰਾਜ ਨੇ ਜਾਂਦਿਆਂ ਹੀ ਕੀ ਕੀਤਾ, ਆਪਣੇ ਹਿੱਸੇ ਦੇ ਜੋ ਉਹਨਾਂ ਦੇ ਹਿੱਸੇ ਦੇ ਪੈਸੇ ਸਨ ਉਹਨਾਂ ਦੇ ਲੰਗਰ ਲਗਾ ਦਿੱਤੇ। ਲੰਗਰ ਚੱਲਣੇ ਸ਼ੁਰੂ ਹੋ ਗਏ। ਫਿਰ ਸਵੇਰੇ ਸ਼ਾਮ ਉੱਥੇ ਕੀਰਤਨ ਹੋਣ ਲੱਗ ਪਿਆ। ਸਵੇਰੇ ਸ਼ਾਮ ਉੱਥੇ ਕੀਰਤਨ ਹੋਣ ਲੱਗ ਪਿਆ, ਸਿੱਖੀ ਦਾ ਪ੍ਰਚਾਰ ਹੋਣ ਲੱਗ ਪਿਆ। ਜਿਹੜੇ ਰਾਜੇ ਸਨ ਉਹ ਵੀ ਬੜੇ ਮਹਾਰਾਜ ਦੀ ਗੁਰਸਿੱਖੀ ਧਾਰਨ ਕਰਨ ਲੱਗ ਪਏ ਔਰ ਉਹ ਬੜੇ ਖੁਸ਼ ਹੁੰਦੇ ਸਨ ਕਿ ਸਾਡਾ ਤਾਂ ਜੀਵਨ ਹੀ ਬਦਲ ਗਿਆ। ਕਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਕਿ ਕਿੱਥੇ ਉਹਨਾਂ ਨੂੰ ਇਹ ਆਤਮਿਕ ਬਲ ਦਿੱਤਾ ਜਾ ਰਿਹਾ ਸੀ। ਉਹਨਾਂ ਨੂੰ ਅਕਾਲ ਪੁਰਖ ਦੇ ਨਾਲ ਜੋੜਿਆ ਜਾ ਰਿਹਾ ਸੀ, ਨਾਮ ਨਾਲ ਜੋੜਿਆ ਜਾ ਰਿਹਾ ਸੀ। ਲੰਗਰ ਮਹਾਰਾਜ ਚਲਾ ਰਹੇ ਸਨ, ਉਹਨਾਂ ਨੂੰ ਰੱਜ ਕੇ ਰੋਟੀ ਮਿਲ ਰਹੀ ਸੀ ਖਾਣ ਨੂੰ। ਉਹ ਬੜੇ ਖੁਸ਼ ਸਨ। ਲੇਕਿਨ ਉਧਰ ਜਹਾਂਗੀਰ ਨੂੰ ਦੇ ਮਨ ਵਿੱਚ ਅਜੇ ਵੀ ਉਸ ਨੂੰ ਤਸੱਲੀ ਨਹੀਂ ਹੋਈ। ਉਸ ਨੂੰ ਅਜੇ ਲੱਗਿਆ ਕਿ ਕਿਸੇ ਵੀ ਤਰੀਕੇ ਗੁਰੂ ਮਹਾਰਾਜ ਨੂੰ ਖ਼ਤਮ ਕਰਨਾ ਚਾਹੀਦਾ। ਪਰ ਉਸਨੇ ਇੱਕ ਦਿਨ ਦਰਬਾਰ ਵਿੱਚ ਕਿਹਾ ਕਿ ਕੋਈ ਐਸਾ ਤਰੀਕਾ ਹੋਏ ਕਿ ਗੁਰੂ ਨੂੰ ਖ਼ਤਮ ਕੀਤਾ ਜਾਏ, ਪਰ ਪਤਾ ਨਾ ਲੱਗੇ, ਮੇਰਾ ਨਾਮ ਨਾ ਲੱਗੇ ਕਿ ਰਾਜੇ ਨੇ ਉਹਨਾਂ ਨੂੰ ਮਰਵਾਇਆ। ਹੁਣ ਇਸ ਚੀਜ਼ ਦਾ ਵੀ ਫਾਇਦਾ ਚੰਦੂ ਨੇ ਉਠਾਇਆ। ਚੰਦੂ ਨੇ ਫੌਰਨ ਕਿਹਾ ਕਿ ਇਹ ਕੰਮ ਤਾਂ ਮੈਂ ਕਰਾਂਗਾ, ਕਿਉਂਕਿ ਗਵਾਲੀਅਰ ਦੇ ਜੇਲ੍ਹ ਦਾ ਜਿਹੜਾ ਜੇਲਰ ਸੀ ਉਸਦਾ ਨਾਮ ਸੀ ਹਰੀਦਾਸ। ਉਹ ਚੰਦੂ ਦੇ ਬਚਪਨ ਦਾ ਦੋਸਤ ਸੀ। ਉਸਨੇ ਕਿਹਾ ਮੇਰਾ ਦੋਸਤ ਹੈ, ਮੈਂ ਉਸਦੇ ਜ਼ਿੰਮੇ ਇਹ ਕੰਮ ਲਾਵਾਂਗਾ। ਤਾਂ ਚੰਦੂ ਨੇ ਕੀ ਕੀਤਾ, ਇੱਕ ਚੋਲਾ ਬਣਵਾਇਆ ਔਰ ਉਹ ਚੋਲਾ ਕਈ ਦਿਨ ਤੱਕ ਜ਼ਹਿਰ ਵਿੱਚ ਡੁਬੋ ਕੇ ਰੱਖਿਆ ਗਿਆ। ਉਸ ਚੋਲੇ ਦੇ ਨਾਲ ਇੱਕ ਚਿੱਠੀ ਲਿਖ ਕੇ ਇੱਕ ਬੰਦੇ ਨੂੰ ਚੰਦੂ ਨੇ ਭੇਜਿਆ ਅਤੇ ਹਰੀਦਾਸ ਨੂੰ ਇਹ ਕਿਹਾ ਕਿ ਕਿਸੇ ਵੀ ਤਰੀਕੇ ਇਹ ਗੁਰੂ ਮਹਾਰਾਜ ਨੂੰ ਇਹ ਚੋਲਾ ਪਵਾਇਆ ਜਾਏ। ਉਹ ਹਰੀਦਾਸ ਚੰਦੂ ਦਾ ਪੁਰਾਣਾ ਮਿੱਤਰ ਸੀ, ਪਰ
ਹੁਣ ਉਸ ਦਾ ਮਨ ਬਦਲ ਚੁੱਕਾ ਸੀ, ਉਹ ਵੀ ਅੰਦਰੋਂ ਗੁਰੂ ਦਾ ਭਗਤ ਬਣ ਚੁੱਕਾ ਸੀ। ਉਸ ਨੂੰ ਫੌਰਨ ਸ਼ੱਕ ਹੋਇਆ ਕਿ ਇਸ ਦੇ ਵਿੱਚ ਕੁਝ ਗੜਬੜ ਹੈ। ਉਸਨੇ, ਉਹ ਮਿੱਤਰ ਜ਼ਰੂਰ ਸੀ ਲੇਕਿਨ ਉਸਨੇ ਚੰਦੂ ਦਾ ਕਹਿਣਾ ਨਹੀਂ ਮੰਨਿਆ, ਉਸਨੇ ਉਹ ਕੰਮ ਨਹੀਂ ਕੀਤਾ। ਕਿਉਂ? ਕਿਉਂਕਿ ਉਸਦੀ ਆਤਮਾ ਤਾਂ ਸ਼ੁੱਧ ਹੋ ਚੁੱਕੀ ਸੀ, ਉਹ ਇਹੋ ਜਿਹਾ ਕੰਮ ਕਰਨਾ ਨਹੀਂ ਚਾਹੁੰਦਾ ਸੀ। ਉੱਧਰ ਮਾਤਾ ਗੰਗਾ ਜੀ ਬੜੇ ਪਰੇਸ਼ਾਨ ਸਨ ਅਤੇ ਉਹਨਾਂ ਨੇ ਫਿਰ ਬਾਬਾ ਬੁੱਢਾ ਜੀ ਦੇ ਕੋਲ ਗਏ। ਫਿਰ ਉਹਨਾਂ ਨੂੰ ਬੇਨਤੀ ਕੀਤੀ ਕਿ ਜਨਮ ਤੁਹਾਡੀ ਅਰਦਾਸ ਨਾਲ ਹੀ ਹੋਇਆ ਅਤੇ ਹੁਣ ਰੱਖਿਆ ਵੀ ਤੁਸੀਂ ਕਰੋ। ਸੋ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਭਾਈ ਬਿਧੀ ਚੰਦ ਨੂੰ ਨਾਲ ਲੈ ਕੇ ਅਤੇ ਪਿੰਡਾਂ ਵਿੱਚ ਜਾ ਕੇ ਉਹਨਾਂ ਨੇ ਸੰਗਤ ਇਕੱਠੀ ਕੀਤੀ ਅਤੇ ਨਗਰ ਕੀਰਤਨ ਦੇ ਰੂਪ ਵਿੱਚ ਉੱਥੋਂ ਚੱਲੇ, ਅੰਮ੍ਰਿਤਸਰ ਤੋਂ ਚੱਲੇ ਅਤੇ ਗਵਾਲੀਅਰ ਪਹੁੰਚੇ। ਗਵਾਲੀਅਰ ਦਾ ਕਿਲ੍ਹਾ, ਗਵਾਲੀਅਰ ਜੇਲ੍ਹ ਜੇ ਦਰਸ਼ਨ ਕੀਤੇ ਹੋਣ ਤਾਂ ਉਚਾਈ 'ਤੇ ਹੈ, ਪਹਾੜੀ 'ਤੇ ਹੈ। ਉੱਥੇ ਤੱਕ ਤਾਂ ਨਹੀਂ ਗਏ ਲੇਕਿਨ ਉੱਥੇ ਹੀ ਬੈਠ ਕੇ ਸਾਰੀ ਸੰਗਤ ਨੇ ਉੱਚੀ ਗੁਰਬਾਣੀ ਦਾ ਕੀਰਤਨ ਜਿਹੜਾ ਉਹ ਉੱਥੇ ਕੀਤਾ। ਸੋ ਆਵਾਜ਼ਾਂ ਜਿਹੜੀਆਂ ਸਨ ਉੱਥੇ ਜਾ ਰਹੀਆਂ ਸਨ। ਸੋ ਇੱਧਰ ਰਾਜੇ ਦੇ ਉੱਪਰ ਪੀਰਾਂ ਅਤੇ ਫਕੀਰਾਂ ਦਾ, ਬਾਦਸ਼ਾਹ ਦੇ ਉੱਪਰ ਪੀਰਾਂ ਫਕੀਰਾਂ ਦਾ ਦਬਾਅ ਬਣ ਰਿਹਾ ਸੀ ਕਿ ਇਹ ਕੰਮ ਤੁਸੀਂ ਬਹੁਤ ਗਲਤ ਕਰ ਰਹੇ ਹੋ, ਇਸ ਦੇ ਨਾਲ ਤੁਹਾਡੀਆਂ ਮੁਸੀਬਤਾਂ ਕਦੇ ਹੱਲ ਨਹੀਂ ਹੋਣਗੀਆਂ, ਤੁਹਾਡੀਆਂ ਮੁਸੀਬਤਾਂ ਹੋਰ ਵਧਣਗੀਆਂ। ਔਰ ਇਸ ਤੋਂ ਬਾਅਦ ਇੱਕ ਕੰਮ ਹੋਰ ਹੋਇਆ ਕਿ ਹਰੀਦਾਸ ਨੇ ਉਹ ਚੋਲਾ ਅਤੇ ਉਹ ਚਿੱਠੀ ਦਾ ਜਵਾਬ ਲਿਖ ਕੇ ਜਦੋਂ ਵਾਪਸ ਭੇਜਿਆ, ਉਹ ਦਰਬਾਰ ਵਿੱਚ ਪੜ੍ਹ ਕੇ ਸੁਣਾਇਆ ਗਿਆ ਅਤੇ ਬਾਦਸ਼ਾਹ ਦੀਆਂ ਅੱਖਾਂ ਖੁੱਲੀਆਂ ਕਿ ਇਹ ਤਾਂ ਸਾਜ਼ਿਸ਼ ਸੀ, ਚੰਦੂ ਦੀ ਸਾਜ਼ਿਸ਼ ਸੀ। ਇਹ ਕੰਮ ਗਲਤ ਕੰਮ ਇਹ ਕਰਨਾ ਚਾਹੁੰਦਾ ਸੀ। ਬਾਦਸ਼ਾਹ ਦੀ ਆਤਮਾ ਜਿਹੜੀ ਹੈ ਉਹ ਅੰਦਰੋਂ ਜਾਗੀ, ਅੰਦਰੋਂ ਆਵਾਜ਼ ਆਈ ਕਿ ਵਾਕਈ ਇਹ ਤਾਂ ਮੈਂ ਬਹੁਤ ਗਲਤ ਕੰਮ ਕਰ ਰਿਹਾ। ਮੈਂ ਇਤਨੇ ਤਸੀਹੇ ਮਹਾਰਾਜ ਦੇ ਵਾਸਤੇ ਇਤਨੇ ਮਾੜੇ ਖਿਆਲ ਮੇਰੇ ਮਨ ਵਿੱਚ ਕਿਉਂ ਆਇਆ ਕਿ ਮੈਂ ਇਹਨਾਂ ਨੂੰ ਖਤਮ ਕਰਨਾ। ਸੋ ਉਸਨੇ ਫੌਰਨ ਇਹ ਕਿਹਾ ਕਿ ਮਹਾਰਾਜ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾ ਕੀਤਾ ਜਾਏ। ਹੁਣ ਰਿਹਾਈ ਦਾ ਹੁਕਮ ਪਹੁੰਚਿਆ ਗਵਾਲੀਅਰ ਦੀ ਜੇਲ੍ਹ ਵਿੱਚ। ਜਦੋਂ ਰਿਹਾਈ ਦਾ ਹੁਕਮ ਪਹੁੰਚਿਆ ਤਾਂ ਰਾਜੇ ਵਿਚਾਰੇ ਰੋਣ ਲੱਗ ਪਏ। ਰਾਜੇ ਤਾਂ ਪਰੇਸ਼ਾਨ ਹੋ ਗਏ ਕਿ ਮਹਾਰਾਜ ਤੁਸੀਂ ਚਲੇ ਜਾਓਗੇ ਅਤੇ ਅਸੀਂ ਤਾਂ ਇੱਥੇ ਇਸੇ ਤਰ੍ਹਾਂ ਅਸੀਂ ਸਦਾ ਹੀ ਮਰ ਜਾਵਾਂਗੇ। ਪਰ ਮਹਾਰਾਜ ਨੇ ਕਿਹਾ ਨਹੀਂ, ਮੈਂ ਇਸ ਤਰ੍ਹਾਂ ਨਹੀਂ ਜਾਵਾਂਗਾ, ਜਦ ਤੱਕ ਇਹਨਾਂ ਨੂੰ ਰਿਹਾ ਨਾ ਕੀਤਾ ਜਾਏ ਮੈਂ ਇਸ ਜੇਲ੍ਹ ਵਿੱਚੋਂ ਵਾਪਸ ਨਹੀਂ ਜਾਵਾਂਗਾ। ਫਿਰ ਬਾਦਸ਼ਾਹ ਦੀ ਚਿੱਠੀ ਵਾਪਸ, ਫਿਰ ਇਹ ਹੁਕਮ ਪਹੁੰਚਿਆ ਕਿ ਇਹ ਨਹੀਂ ਹੋ ਸਕਦਾ, ਕਿਉਂਕਿ ਵਿੱਚੋਂ ਉਸ ਨੂੰ ਡਰ ਸੀ ਕਿ ਸਾਰੇ ਰਾਜੇ ਤੇ ਉੱਥੇ ਗੁਰੂ ਮਹਾਰਾਜ ਦੇ ਭਗਤ ਬਣ ਚੁੱਕੇ ਨੇ, ਗੁਰੂ ਮਹਾਰਾਜ ਦੇ ਸਿੱਖ ਬਣ ਚੁੱਕੇ ਨੇ। ਜੇ ਸਾਰਿਆਂ ਨੂੰ ਮੈਂ ਰਿਹਾ ਕਰ ਦਿੱਤਾ ਤਾਂ ਉਹ ਆ ਕੇ ਫਿਰ ਬਗਾਵਤ ਕਰਨਗੇ ਔਰ ਫਿਰ ਮੇਰੇ ਵਾਸਤੇ ਮੁਸੀਬਤ ਖੜੀ ਹੋ ਜਾਏਗੀ। ਇਸ ਕਰਕੇ ਉਸਨੇ ਹੁਕਮ ਦਿੱਤਾ ਕਿ ਇਹ ਕੰਮ ਨਹੀਂ ਹੋ ਸਕਦਾ। ਗੁਰੂ ਮਹਾਰਾਜ ਬਾਹਰ ਨੇ ਜੇਲਰ ਨੂੰ ਚਿੱਠੀ ਲਿਖੀ ਕਿ ਮਹਾਰਾਜ ਨੂੰ ਬਾਹਰ ਆਉਣ ਦਿਓ, ਕੋਈ ਇੱਕ ਰਾਜਾ ਜਿਹੜਾ ਉਹਨਾਂ ਦਾ ਪੱਲਾ ਪਕੜ ਕੇ ਬਾਹਰ ਆ ਜਾਏ ਉਹ ਆ ਜਾਏ, ਸਾਰਿਆਂ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ। ਜਿਹੜਾ ਗੁਰੂ ਦੇ ਪੱਲੇ ਦੇ ਨਾਲ ਆ ਜਾਏਗਾ ਉਹ ਰਿਹਾ ਹੋ ਜਾਏਗਾ। ਹੁਣ ਅੰਦਰੋਂ ਹਰੀਦਾਸ ਜਿਹੜਾ ਸੀ ਉਹ ਗੁਰੂ ਦਾ ਸਿੱਖ ਪੱਕਾ ਬਣ ਚੁੱਕਾ ਸੀ। ਉਸਨੇ ਕਿਹਾ ਠੀਕ ਹੈ। ਉਸਨੇ ਰਾਤੋਂ ਰਾਤ ਦਰਜੀ ਬਿਠਾ ਕੇ ਅਤੇ ਉਹ ਚੋਲਾ ਬਣਵਾਇਆ ਜਿਸ ਦੀਆਂ 52 ਕਲੀਆਂ ਸਨ। ਉਹ ਚੋਲਾ ਮਹਾਰਾਜ ਨੂੰ ਪਵਾਇਆ ਗਿਆ ਅਤੇ ਇੱਕ ਕਲੀ ਨੂੰ ਪਕੜ ਕੇ 52 ਦੇ 52 ਰਾਜੇ ਉਸ ਗਵਾਲੀਅਰ ਦੇ ਕਿਲ੍ਹੇ ਦੀ ਜੇਲ੍ਹ ਵਿੱਚੋਂ ਬਾਹਰ ਆ ਗਏ। ਇਸ ਕਰਕੇ ਹੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਕਹਿੰਦੇ ਹਾਂ, ਦਾਤਾ ਬੰਦੀ ਛੋੜ, ਬੰਦੀਆਂ ਨੂੰ ਉਹ ਛੁਡਵਾ ਕੇ ਲਿਆਏ, ਉਹ ਬਾਹਰ ਲੈ ਕੇ ਆ ਗਏ। ਅਤੇ ਫਿਰ ਉਸ ਤੋਂ ਬਾਅਦ ਉਹ ਰਾਜੇ ਆਪਣੇ ਰਿਆਸਤਾਂ ਵਿੱਚ ਚਲੇ ਗਏ ਅਤੇ ਗੁਰੂ ਮਹਾਰਾਜ ਵਾਪਸ ਚਲੇ ਅੰਮ੍ਰਿਤਸਰ ਦੀ ਤਰਫ। ਵਾਪਸੀ ਤੇ ਫਿਰ ਦਿੱਲੀ ਤੋਂ ਹੋ ਕੇ ਉਹ ਜਾਂਦੇ ਨੇ ਪੰਜਾਬ ਵਿੱਚ। ਉਹ ਵਾਲਾ ਚੋਲਾ ਜਿਹੜਾ ਮਹਾਰਾਜ ਨੇ ਪਾਇਆ ਸੀ ਅਤੇ ਜਿਹਦੇ ਨਾਲ 52 ਰਾਜਿਆਂ ਨੂੰ ਆਜ਼ਾਦੀ ਦਿਵਾਈ ਸੀ, ਉਹ ਅੱਜ ਵੀ ਪੰਜਾਬ ਵਿੱਚ ਦੁਰਾਹਾ ਨਾਮ ਦਾ ਸ਼ਹਿਰ ਹੈ, ਉਸਦੇ ਕੋਲ ਇੱਕ ਪਿੰਡ ਹੈ ਕੋਟਾਣੀ ਕਲਾਂ ਨਾਮ ਦਾ ਇੱਕ ਪਿੰਡ ਹੈ। ਉਸਦੇ ਗੁਰਦੁਆਰੇ ਵਿੱਚ ਅਜੇ ਵੀ ਉਹ ਚੋਲਾ ਅਤੇ ਆਪਣੇ ਪੈਰਾਂ ਦਾ ਜੋੜਾ, ਇੱਕ ਕਟਾਰ ਅਤੇ ਇੱਕ ਗੁਰਬਾਣੀ ਦੀ ਪੋਥੀ ਜਿਸ ਦੇ ਉੱਤੇ ਸੋਨੇ ਦੇ ਪਾਣੀ ਨਾਲ ਮਹਾਰਾਜ ਦੇ ਦਸਤਖਤ ਜਿਹੜੇ ਉਹ ਕੀਤੇ ਹੋਏ ਨੇ, ਇਹ ਸਾਰੀਆਂ ਚੀਜ਼ਾਂ ਯਾਦਗਾਰ ਦੇ ਤੌਰ ਵਿੱਚ ਰਸਤੇ ਜਾਂਦਿਆਂ ਹੋਇਆਂ ਉਹ ਪਿੰਡ ਕੋਟਾਣੀ ਕਲਾਂ ਦੀ ਸੰਗਤਾਂ ਨੂੰ ਦੇ ਗਏ ਸਨ। ਅੱਜ ਵੀ ਉੱਥੇ ਉਹ ਗੁਰਦੁਆਰੇ 'ਚ ਸਾਰਾ ਸਮਾਨ ਪਿਆ ਹੈ। ਜਦੋਂ ਕਦੀ ਮੌਕਾ ਲੱਗੇ ਦਰਸ਼ਨ ਕਰਨਾ। ਚੋਲੇ ਦਾ ਸਾਈਜ਼ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ ਹੈ। ਉਮਰ ਕਿਤਨੀ ਹੈ, ਜਵਾਨੀ ਦੀ ਉਮਰ ਹੈ ਔਰ ਕਿਤਨਾ ਸਾਈਜ਼ ਉਸਦਾ। ਮਹਾਰਾਜ ਦਾ ਕੱਦ ਬੜਾ ਲੰਬਾ ਸੀ, ਮਹਾਰਾਜ ਦੀ ਖੂਬਸੂਰਤ ਬੜੇ ਸਨ। ਸੋ ਉਸ ਚੋਲੇ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇੱਕ ਜਵਾਨ ਬੱਚੇ ਦਾ, ਇੱਕ ਜਵਾਨ ਆਦਮੀ ਦਾ ਇਤਨਾ ਕੱਦ ਵੀ ਹੋ ਸਕਦਾ ਹੈ, ਬਹੁਤ ਵੱਡਾ। ਉੱਥੇ ਅਜੇ ਵੀ ਉਸ ਚੀਜ਼ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ। ਸੋ ਇਹ ਇਸ ਘਟਨਾ ਤੋਂ ਬਾਅਦ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਜਿਹੜਾ ਸੀ ਉਹ ਦਾਤਾ ਬੰਦੀ ਛੋੜ ਪੈ ਗਿਆ। ਸਮਾਂ ਕਾਫੀ ਹੋ ਚੁੱਕਾ ਹੈ, ਇਸ ਤੋਂ ਜ਼ਿਆਦਾ ਲੰਬੀ ਗੱਲ ਕਰਨੀ ਪੋਸੀਬਲ ਨਹੀਂ ਹੈ। ਸੋ ਮੈਂ ਭੁੱਲਾਂ ਚੁੱਕਾਂ ਦੀ ਮਾਫੀ ਚਾਹਾਂਗੀ ਔਰ ਕੋਸ਼ਿਸ਼ ਕਰਾਂਗੀ ਕਿ ਇਸ ਨੂੰ ਥੋੜ੍ਹਾ ਜਿਹਾ ਅਜੇ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਹੋਰ ਵੀ ਬੜਾ ਕੁਝ ਮੈਂ ਦੱਸਣਾ ਚਾਹ ਰਹੀ ਸੀ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੋ ਕੋਸ਼ਿਸ਼ ਕਰਾਂਗੇ ਕਿ ਅਗਲੇ ਹਫ਼ਤੇ ਫਿਰ ਇਸ ਨੂੰ ਅੱਗੇ ਕੰਟੀਨਿਊ ਕਰੀਏ। ਸੋ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ ਜੀ। ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ